Good morning, students. So your next chapter 15 are environment. We have heard the word environment. ਤੁਸੀਂ environment ਦਾ word ਬਹੁਤ ਵਾਰੀ ਸੁਣਿਆ ਹੋਣਾ ਨਿਊਜ਼ਪੇਪਰ ਤੇ ਟੈਲੀਵਿਜ਼ਨ ਤੇ ਜਾਂ ਤੁਹਾਡੇ ਆਲੇ ਦੁਆਲੇ ਲੋਕ ਇਹਨੂੰ ਯੂਜ਼ ਕਰਦੇ ਹੋਏ। ਸਾਡੇ ਜਿਹੜੇ ਵੱਡੇ ਬਜ਼ੁਰਗ ਸੀ ਸਾਨੂੰ ਦੱਸਦੇ ਸੀ ਕਿ that the environment is not what it is used to be earlier। ਜਿਹੜਾ ਅੱਜ ਕੱਲ੍ਹ ਦਾ environment ਆ ਉਹ ਉਸ ਤਰ੍ਹਾਂ ਦਾ ਨਹੀਂ ਜਿਹੜਾ ਪਹਿਲਾ ਇਨਵਾਇਰਮੈਂਟ ਸੀ। ਵੀ ਸ਼ੁੱਡ ਵਰਕ ਇਨ ਏ ਹੈਲਦੀ ਇਨਵਾਇਰਮੈਂਟ। ਸਾਨੂੰ ਹੈਲਦੀ ਇਨਵਾਇਰਮੈਂਟ 'ਚ ਰਹਿਣਾ ਚਾਹੀਦਾ ਹੈ। ਮੀਨਸ ਦੈਟ ਆਰ ਪੋਲਿਊਸ਼ਨ ਫਰੀ, ਜਿਹੜਾ ਪੋਲਿਊਸ਼ਨ ਤੋਂ ਫਰੀ ਹੋਵੇ। ਇਸ ਤੋਂ ਬਿਨਾਂ ਪੁੱਤਰ ਜੀ ਗਲੋਬਲ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਐਂਡ ਡਿਵੈਲਪਿੰਗ ਕੰਟਰੀਜ਼ ਇਹ ਵੀ ਰੈਗੂਲਰਲੀ ਇਸ 'ਤੇ ਇਨਵਾਇਰਮੈਂਟਲ ਇਸ਼ੂਜ਼ 'ਤੇ ਡਿਸਕਸ ਕਰਦੇ ਆ। ਠੀਕ ਆ, ਡਿਸਕਸ ਕੀ ਕਰਦੇ ਆ ਕਿ ਇਨਵਾਇਰਮੈਂਟ ਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਨੁਕਸਾਨ ਕਰ ਰਹੀਆਂ ਨੇ, ਕਿਹੜੀਆਂ ਇਹਦੇ ਲਈ ਬੈਨੀਫਿਟਸ ਨੇ। ਉਹ ਇਨ ਦਿਸ ਚੈਪਟਰ ਵੀ ਵਿਲ ਸਟੱਡੀ ਅਬਾਊਟ ਦੀਜ਼ ਥਿੰਗਸ। ਆਪਾਂ ਇਸ ਚੈਪਟਰ ਦੇ ਵਿੱਚ ਇਹੀ ਆ ਅਸੀਂ ਕਿ ਵੇਸਟ ਜਿਹੜਾ ਇਨਵਾਇਰਮੈਂਟ ਨੂੰ ਪੋਲਿਊਟ ਕਰਦਾ ਆ ਉਹਦੇ ਬਾਰੇ ਪੜ੍ਹਨਾ ਆ। ਠੀਕ ਆ, ਅਤੇ ਅਸੀਂ ਇਸ ਇਨਵਾਇਰਮੈਂਟ ਨੂੰ ਕਿਵੇਂ ਸੇਵ ਕਰ ਸਕਦੇ ਹਾਂ। ਸੋ ਨੈਕਸਟ ਟੋਪਿਕ ਇਜ਼ ਵਟ ਹੈਪਨਸ ਵੈਨ ਵੀ ਏਡ ਆਰ ਵੇਸਟ ਟੂ ਦ ਇਨਵਾਇਰਮੈਂਟ। ਕੀ ਹੁੰਦਾ ਜਦੋਂ ਅਸੀਂ ਕੋਈ ਵੀ ਵੇਸਟ ਇਨਵਾਇਰਮੈਂਟ ਦੇ ਵਿੱਚ ਪਾਉਂਦੇ ਹਾਂ। ਠੀਕ ਆ, ਵੀ ਜਨਰੇਟ ਏ ਲੋਟ ਆਫ ਮਟੀਰੀਅਲ ਦੈਟ ਆਰ ਥਰੋਨ ਅਵੇ। ਅਸੀਂ ਬਹੁਤ ਜ਼ਿਆਦਾ ਮਟੀਰੀਅਲ ਵੇਸਟ ਮਟੀਰੀਅਲ ਜਨਰੇਟ ਕਰਦੇ ਹਾਂ ਪੁੱਤਰ ਜੀ ਡੇਲੀ ਲਾਈਫ ਦੇ ਵਿੱਚ। ਇੱਥੇ ਉਹਨਾਂ ਨੇ ਐਗਜ਼ਾਮਪਲ ਹੀ ਲਈ ਹੋਈ ਆ ਕਿ ਡੇਲੀ ਲਾਈਫ ਦੇ ਵਿੱਚ ਤੁਸੀਂ ਕਿਚਨ ਦਾ ਵੇਸਟ ਵੀ ਆ, ਕਿਚਨ ਦੇ ਵੇਸਟ ਆ, ਮੈਡੀਕਲ ਐਮਪਟੀ ਮੈਡੀਸਨ ਬੋਟਲਸ ਵੀ ਨੇ। ਠੀਕ ਆ, ਹੋਰ ਬਹੁਤ ਕੁਛ ਆ, ਬਬਲ ਪੈਕਸ ਵੀ ਨੇ, ਵੇਸਟ ਪੇਪਰ ਵੀ ਆ, ਬਹੁਤ ਵੇਸਟ ਅਸੀਂ ਜਨਰੇਟ ਕਰਦੇ ਹਾਂ। ਐਕਟੀਵਿਟੀ 'ਚ ਉਹਨੇ ਇਹੀ ਦੱਸਿਆ ਹੋਇਆ ਕਿ ਵੇਸਟ ਨੂੰ 15 ਦਿਨਾਂ ਦੇ ਲਈ ਸੋਇਲ ਦੇ ਵਿੱਚ ਡੰਪ ਕਰ ਦਿਓ, ਦੱਬ ਕੇ ਰੱਖੋ। 15 ਦਿਨਾਂ ਬਾਅਦ ਦੇਖੋਗੇ ਕਿ ਕਿਹੜਾ ਕਿਹੜਾ ਆ ਵੇਸਟ ਜਿਹੜਾ ਖਤਮ ਹੋ ਗਿਆ ਅਤੇ ਕੁਛ ਵੇਸਟ ਆ ਜਿਹੜਾ ਖਤਮ ਨਹੀਂ ਹੁੰਦਾ। We have seen in the chapter life process ਦੇ ਚੈਪਟਰ 'ਚ ਤੁਸੀਂ ਡਾਈਜੈਸ਼ਨ ਕੀਤੀ ਆ ਕਿ food we eat is digested by various enzymes in our body। ਜਿਹੜਾ ਫੂਡ ਅਸੀਂ ਖਾਂਦੇ ਆ ਉਹਨੂੰ ਪੁੱਤਰ ਜੀ ਡਾਈਜੈਸਟ ਕਰਨ ਲਈ ਸਾਡੀ ਬੋਡੀ ਦੇ ਵਿੱਚ ਬਹੁਤ ਸਾਰੇ ਐਂਜ਼ਾਈਮਸ ਨੇ ਅਲੱਗ-ਅਲੱਗ ਤਰ੍ਹਾਂ ਦੇ। Why the same enzyme does not break down everything we eat? ਉਹੀ ਐਂਜ਼ਾਈਮ ਸਾਰੀਆਂ ਚੀਜ਼ਾਂ ਨੂੰ ਕਿਉਂ ਨਹੀਂ ਤੋੜ ਦਿੰਦੇ ਜਿਹੜੀਆਂ ਅਸੀਂ ਖਾਂਦੇ ਹਾਂ। ਮੀਨਸ ਸਪੈਸੀਫਿਕ ਇੱਕੋ ਐਂਜ਼ਾਈਮ ਜਿਹੜਾ ਅਸੀਂ ਫੂਡ ਖਾਂਦੇ ਹਾਂ ਉਹਨੂੰ ਕਿਉਂ ਨਹੀਂ ਤੋੜ ਦਿੰਦੇ। ਜਦੋਂ ਉਹਨਾਂ ਨੇ ਕਿਹਾ ਨਾ ਵੇਰੀਅਸ ਐਂਜ਼ਾਈਮ ਮੀਨਸ ਅਲੱਗ-ਅਲੱਗ ਐਂਜ਼ਾਈਮ ਨੇ ਅਲੱਗ-ਅਲੱਗ ਕੰਮ ਵਾਸਤੇ। ਇੱਕੋ ਐਂਜ਼ਾਈਮ ਸਾਰੇ ਕੰਮ ਨਹੀਂ ਕਰ ਸਕਦਾ ਬਿਕੋਜ਼ ਐਂਜ਼ਾਈਮਸ ਆਰ ਸਪੈਸੀਫਿਕ ਇਨ ਦੇਅਰ ਫੰਕਸ਼ਨ। ਆਪਣੇ ਕੰਮ ਹਰ ਇੱਕ ਐਂਜ਼ਾਈਮ ਆਪਣੇ ਕੰਮ 'ਚ ਸਪੈਸੀਫਿਕ ਆ। ਠੀਕ ਆ, ਸਪੈਸੀਫਿਕ ਐਂਜ਼ਾਈਮਸ ਆਰ ਨੀਡਡ ਫਾਰ ਦਾ ਬ੍ਰੇਕ ਡਾਊਨ ਆਫ ਏ ਪਾਰਟੀਕੂਲਰ ਸਬਸਟੈਂਸ। ਕਿਸੇ ਵੀ ਇੱਕ ਸਬਸਟੈਂਸ ਨੂੰ ਤੋੜਨ ਦੇ ਲਈ ਸਪੈਸੀਫਿਕ ਉਹਦੇ ਵਾਲਾ ਹੀ ਐਂਜ਼ਾਈਮ ਚਾਹੀਦਾ। ਮੀਨਸ ਅਲੱਗ-ਅਲੱਗ ਸਬਸਟੈਂਸਸ ਨੂੰ ਤੋੜਨ ਦੇ ਲਈ ਸਾਨੂੰ ਅਲੱਗ-ਅਲੱਗ ਐਂਜ਼ਾਈਮ ਚਾਹੀਦੇ ਨੇ। ਦੈਟ ਇਜ਼ ਵਾਈ ਵੀ ਵਿਲ ਨਾਟ ਗੈਟ ਐਨੀ ਐਨਰਜੀ ਇਫ ਵੀ ਟਰਾਈ ਟੂ ਈਟ ਕੋਲ। ਤਾਂ ਹੀ ਉਹ ਕਹਿੰਦਾ ਜੇ ਅਸੀਂ ਕੋਲਾ ਖਾਵਾਂਗੇ ਉਹ ਤੋਂ ਸਾਨੂੰ ਐਨਰਜੀ ਨਹੀਂ ਮਿਲਣੀ। ਕਿਉਂ? ਕਿਉਂਕਿ ਸਾਡੀ ਬੋਡੀ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਐਂਜ਼ਾਈਮ ਹੈ ਨਹੀਂ ਜਿਹੜਾ ਕੋਲੇ ਨੂੰ ਤੋੜ ਕੇ ਸਾਨੂੰ ਐਨਰਜੀ ਦੇ ਦੇਵੇ। ਸੋ ਮੈਨੀ ਹਿਊਮਨ ਮੇਡ ਮਟੀਰੀਅਲ ਲਾਈਕ ਪਲਾਸਟਿਕ ਵਿਲ ਨਾਟ ਬੀ ਬ੍ਰੋਕਨ ਬਾਏ ਦਾ ਐਕਸ਼ਨ ਆਫ ਬੈਕਟੀਰੀਆ। ਸੇਮ ਥਿੰਗ ਐਸੇ ਤਰ੍ਹਾਂ ਹੀ ਜਿਹੜਾ ਮੈਨ ਮੇਡ ਮਟੀਰੀਅਲ ਬਣਾਇਆ ਹੋਇਆ ਪਲਾਸਟਿਕ ਉਹਨੂੰ ਵੀ ਬੈਕਟੀਰੀਆ ਨਹੀਂ ਤੋੜ ਸਕਦੇ। ਜਿਹੜਾ ਬਾਕੀ ਦੇ ਫਰੂਟਸ ਵਗੈਰਾ ਨੇ ਜਿਹੜੇ ਕੁਦਰਤ 'ਚ ਬਣੇ ਹੋਈਆਂ ਚੀਜ਼ਾਂ ਨੇ ਉਹਨੂੰ ਬੈਕਟੀਰੀਆ ਤੋੜ ਦਿੰਦੇ ਨੇ। ਮੈਨ ਮੇਡ ਜਿਹੜਾ ਪਲਾਸਟਿਕ ਆ ਉਹਨੂੰ ਉਹ ਨਹੀਂ ਤੋੜ ਸਕਦੇ। ਬੈਕਟੀਰੀਆ ਨਹੀਂ ਤੋੜ ਸਕਦੇ, ਨਾ ਹੀ ਸੈਪਰੋਫਾਈਟਸ ਜਿਹੜੇ ਗਲ ਸੜ 'ਤੇ ਰਹਿੰਦੇ ਨੇ। ਠੀਕ ਹੈ, ਸਬਸਟੈਂਸਸ ਦੈਟ ਆਰ ਬ੍ਰੋਕਨ ਡਾਊਨ ਬਾਏ ਬਾਇਓਲੋਜੀਕਲ ਪ੍ਰੋਸੈਸ। ਜਿਨ੍ਹਾਂ ਨੂੰ ਬੈਕਟੀਰੀਆ ਤੋੜ ਦਿੰਦੇ ਨੇ ਉਹ ਚੀਜ਼ਾਂ ਨੂੰ ਅਸੀਂ ਕਹਿੰਦੇ ਹਾਂ ਬਾਇਓਡੀਗ੍ਰੇਬਲ। ਬਾਇਓ ਮੀਨਸ ਲਿਵਿੰਗ ਥਿੰਗਸ ਦੁਆਰਾ, ਡੀਗ੍ਰੇਬਲ ਮੀਨਸ ਤੋੜਨਾ। ਹੁਣ
ਐਂਡ ਦ ਸਬਸਟੈਂਸਿਸ ਦੈਟ ਆਰ ਨੋਟ ਬ੍ਰੋਕਨ ਡਾਊਨ, ਜਿਹੜੀਆਂ ਨਹੀਂ ਟੁੱਟਦੀਆਂ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਨੋਨ ਬਾਇਓਡੀਗ੍ਰੇਬਲ। ਨੋਨ ਬਾਇਓਡੀਗ੍ਰੇਬਲ ਪੁੱਤਰ ਜੀ ਤੁਹਾਡੇ ਕੋਲੇ ਉਹ ਨੇ ਜਿਹੜੀਆਂ ਇਨਵਾਇਰਮੈਂਟ 'ਚ ਪਰਸਿਸਟ ਮੀਨਜ਼ ਲੌਂਗ ਟਾਈਮ ਪਈਆਂ ਰਹਿੰਦੀਆਂ ਨੇ ਤੇ ਇਨਵਾਇਰਮੈਂਟ ਨੂੰ ਪਲਿਊਟ ਕਰਦੀਆਂ ਨੇ। ਤਾਂ ਤੁਹਾਡੇ ਕੋਲ ਇੱਥੇ ਕੁਐਸਚਨ ਇੱਥੇ ਇਹ ਬਣਦਾ, ਵਟ ਇਜ਼ ਦ ਡਿਫਰੈਂਸ ਬਿਟਵੀਨ ਬਾਇਓਡੀਗ੍ਰੇਬਲ, ਵਾਈ ਆਰ ਸਮ ਸਬਸਟੈਂਸਸ ਬਾਇਓਡੀਗ੍ਰੇਬਲ ਐਂਡ ਨੋਨ ਬਾਇਓਡੀਗ੍ਰੇਬਲ, ਔਰ ਡਿਫਰੈਂਸ ਬਿਟਵੀਨ ਬਾਇਓਡੀਗ੍ਰੇਬਲ ਨੋਨ ਬਾਇਓਡੀਗ੍ਰੇਬਲ, ਉਹਦੀ ਡੈਫੀਨੇਸ਼ਨ, ਉਹਦੀਆਂ ਐਗਜ਼ਾਮਪਲਸ। ਨੈਕਸਟ ਵੀ ਕਮ ਟੂ ਈਕੋਸਿਸਟਮ ਐਂਡ what are its components। ਈਕੋਸਿਸਟਮ ਕੀ ਆ ਤੇ ਉਹਦੇ ਕਿਹੜੇ ਕੰਪੋਨੈਂਟਸ ਨੇ, ਕਿਹੜੇ ਪਾਰਟਸ ਜਿਹੜੇ ਈਕੋਸਿਸਟਮ ਬਣਾਉਂਦੇ ਨੇ। all organisms such as plants, animals, microorganism and human being as well as physical surrounding interact with each other and maintain a balance in nature। ਸਾਰੇ ऑर्गेनिज्म चाहे प्लांट्स आ, चाहे एनिमल्स आ, चाहे माइक्रो ऑर्गेनिज्म ने एंड ह्यूमन बींग ते पुत्र जी आला फिजिकल सराउंडिंग जिन्ना उन्होंने दा आला दुआला सारे एक दूजे दे नाल इंटरैक्ट करदे आ ते एक बैलेंस बना के रखदे आ। all the interaction organisms in an area together with the non-living constituents of the environment form an ecosystem। ਲਿਵਿੰਗ ਤੇ ਨॉन ਲਿਵਿੰਗ ਦੋਨੇ ਆਪਸ 'ਚ ਇੰਟਰੈਕਟ ਕਰਦੇ ਆ। ਇੰਟਰੈਕਟ ਮੀਨਸ ਇੱਕ ਦੂਜੇ ਤੇ ਉਹਨਾਂ ਦਾ ਇਫੈਕਟ ਪੈਂਦਾ ਆ। ਲਿਵਿੰਗ ਦਾ ਨॉन ਲਿਵਿੰਗ ਤੇ ਪੈਂਦਾ, ਨॉन ਲਿਵਿੰਗ ਦਾ ਲਿਵਿੰਗ ਤੇ ਪੈਂਦਾ ਆ। ਇਹਨੂੰ ਹੀ ਅਸੀਂ ਈਕੋਸਿਸਟਮ ਕਹਿੰਦੇ ਆ। ਜਦੋਂ ਲਿਵਿੰਗ ਐਂਡ ਨॉन ਲਿਵਿੰਗ ਬੋਥ ਦੋਨੇ ਹੀ ਇੰਟਰੈਕਟ ਈਚ ਅਦਰ ਇਜ਼ ਕਾਲਡ ਐਨ ਈਕੋਸਿਸਟਮ। ਦੈਟ ਮੀਨ ਕੀ ਹੈ ਫਿਰ ਈਕੋਸਿਸਟਮ ਕਾਹਦਾ ਬਣਿਆ ਹੋਇਆ, ਲਿਵਿੰਗ ਤੇ ਨॉन ਲਿਵਿੰਗ ਦਾ। ਈਕੋਸਿਸਟਮ 'ਚ ਲਿਵਿੰਗ ਨੂੰ ਅਸੀਂ ਕਹਿੰਦੇ ਆ ਬਾਇਓਟਿਕ ਕੰਪੋਨੈਂਟਸ ਐਂਡ ਨॉन ਲਿਵਿੰਗ ਨੂੰ ਕਹਿੰਦੇ ਆ ਏਬਾਇਓਟਿਕ ਕੰਪੋਨੈਂਟਸ। ਬਾਇਓਟਿਕ ਕੰਪੋਨੈਂਟਸ ਲਿਵਿੰਗ ਨੂੰ ਬਾਇਓਟਿਕ, ਇਹਦੇ ਵਿੱਚ ਪਲਾਂਟਸ, ਐਨੀਮਲਸ, ਮਾਈਕਰੋ ਆਰਗੈਨਿਜ਼ਮਸ ਆ ਜਾਣੇ ਨੇ। ਐਂਡ ਨॉन ਲਿਵਿੰਗ 'ਚ ਆ ਗਏ ਸਾਡੇ ਕੋਲ ਏਬਾਇਓਟਿਕ। ਏਬਾਇਓਟਿਕ 'ਚ ਆ ਗਿਆ ਟੈਂਪਰੇਚਰ, ਵਿੰਡ, ਰੇਨ, ਸੋਇਲ, ਇਹ ਚੀਜ਼ਾਂ ਆ ਗਈਆਂ। ਠੀਕ ਆ, ਟੈਂਪਰੇਚਰ, ਰੇਨਫਾਲ, ਵਿੰਡ, ਸੋਇਲ ਐਂਡ ਮਿਨਰਲਸ, ਇਹ ਆ ਗਏ ਏਬਾਇਓਟਿਕ ਦੇ ਵਿੱਚ। ਹੇਅਰ ਨੈਕਸਟ ਕੁਐਸਚਨ that are but are biotic and abiotic components। ਇੱਥੋਂ ਤੋਂ ਪੁੱਛ ਸਕਦੇ ਨੇ ਬਾਇਓਟਿਕ ਤੇ ਏਬਾਇਓਟਿਕ ਕੰਪੋਨੈਂਟਸ ਕਿਹੜੇ ਨੇ। both interact with each other and form an ecosystem। ecosystem ਦੇ ਦੋ ਕੰਪੋਨੈਂਟਸ ਨੇ ਬਾਇਓਟਿਕ ਐਂਡ ਏਬਾਇਓਟਿਕ। ਬਾਇਓਟਿਕ ਲਿਵਿੰਗ ਆ, ਏਬਾਇਓਟਿਕ ਨॉन ਲਿਵਿੰਗ ਆ। ਲਿਵਿੰਗ 'ਚ ਪਲਾਂਟਸ, ਐਨੀਮਲਸ, ਮਾਈਕਰੋ ਆਰਗੈਨਿਜ਼ਮ ਤੇ ਨॉन ਲਿਵਿੰਗ 'ਚ ਟੈਂਪਰੇਚਰ, ਰੇਨ, ਵਿੰਡ, ਏਅਰ, ਸੋਇਲ, ਇਹ ਚੀਜ਼ਾਂ ਆਉਂਦੀਆਂ ਨੇ। ਹੁਣ ਕਿਵੇਂ ਇੱਕ ਦੂਜੇ ਤੇ ਲਿਵਿੰਗ ਦਾ ਇਫੈਕਟ ਪੈਂਦਾ ਆ। I am taking here example of human being। ਅਸੀਂ ਲੋਕਾਂ ਨੇ ਆਪਣੀ ਸੋਇਲ ਨੂੰ ਕੀ ਕੀਤਾ ਪਿਆ, ਪਲਿਊਟ ਕੀਤਾ ਪਿਆ। ਵਾਟਰ ਨੂੰ ਕੀ ਕੀਤਾ ਪਿਆ, ਪਲਿਊਟ ਕੀਤਾ ਪਿਆ। ਸਾਡੀ ਇੰਟਰੈਕਸ਼ਨ ਦੇ ਨਾਲ ਉਹ ਚੀਜ਼ਾਂ ਗੰਦੀਆਂ ਹੋ ਗਈਆਂ। ਮੀਨਜ਼ ਅਸੀਂ ਉਹਨਾਂ ਨਾਲ ਇੰਟਰੈਕਸ਼ਨ ਕਰਕੇ ਉਹਨਾਂ ਨੂੰ ਪਲਿਊਟ ਕਰਤਾ। ਇਫੈਕਟ ਆ ਨਾ ਇੱਕ ਦੂਜੇ ਤੇ ਪੈਂਦਾ ਆ। ਹੁਣ ਨੈਕਸਟ ਉਹਨਾਂ ਨੇ ਇਸੇ ਸਮਝਾਉਣ ਦੇ ਲਈ ਤੁਹਾਨੂੰ ਐਗਜ਼ਾਮਪਲ ਲਈ ਆ। ਕਹਿੰਦਾ ਜਦੋਂ ਤੁਸੀਂ ਇੱਕ ਗਾਰਡਨ ਦੇਖਣ ਜਾਂਦੇ ਹੋ ਤੁਹਾਨੂੰ ਉੱਥੇ ਅਲੱਗ-ਅਲੱਗ ਤਰ੍ਹਾਂ ਦੇ ਪਲਾਂਟਸ ਮਿਲਦੇ ਆ। ਗ੍ਰਾਸ ਵੀ ਦੇਖਣ ਨੂੰ ਮਿਲਦਾ, ਟਰੀਜ਼ ਵੀ, ਫਲਾਵਰਸ ਵੀ, ਜਿਹ 'ਚ ਰੋਜ਼, ਜੈਸਮੀਨਸ, ਸਨਫਲਾਵਰ ਮੀਨਸ ਡਿਫਰੈਂਟ ਟਾਈਪਸ ਆਫ ਫਲਾਵਰਸ। ਐਂਡ ਐਨੀਮਲਸ ਵੀ ਨੇ ਜਿਵੇਂ ਫਰੋਗ, ਇਨਸੈਕਟਸ ਐਂਡ ਬਰਡਸ। ਉਹਦੇ ਵਿੱਚ ਫਰੋਗ ਵੀ ਦੇਖਣ ਨੂੰ ਮਿਲਦੇ ਨੇ, ਇਨਸੈਕਟਸ ਵੀ ਦੇਖਣ ਨੂੰ ਮਿਲਦੇ ਨੇ ਤੇ ਬਰਡਸ ਵੀ। ਆਲ ਦੀਜ਼ ਲਿਵਿੰਗ ਆਰਗੈਨਿਜ਼ਮ ਇੰਟਰੈਕਟ ਵਿਦ ਈਚ ਅਦਰ। ਹੁਣ ਪਲਾਂਟਸ ਤੇ ਫਰੋਗਸ ਵੀ ਇੱਕ ਦੂਜੇ ਨਾਲ ਇੰਟਰੈਕਟ ਕਰਦੇ ਨੇ। ਉਹਨਾਂ ਦੀ ਗਰੋਥ 'ਤੇ ਵੀ ਇਫੈਕਟ ਪੈਂਦਾ, ਰੀਪਰੋਡਕਸ਼ਨ 'ਤੇ ਵੀ ਇਫੈਕਟ ਪੈਂਦਾ ਆ ਤੇ ਹੋਰ ਐਕਟੀਵਿਟੀਜ਼ ਵੀ ਇਫੈਕਟਡ ਕੀਤੀਆਂ ਜਾਂਦੀਆਂ ਨੇ ਇਹਨਾਂ ਦੀਆਂ ਏਬਾਇਓਟਿਕ ਕੰਪੋਨੈਂਟਸ ਦੀਆਂ। ਫਰੋਗ, ਇਨਸੈਕਟ ਤੇ ਬਰਡ ਦੀਆਂ ਜਿੰਨੀਆਂ ਵੀ ਐਕਟੀਵਿਟੀਜ਼ ਨੇ ਦੈਟ ਆਰ ਇਫੈਕਟਡ ਬਾਏ ਏਬਾਇਓਟਿਕ ਕੰਪੋਨੈਂਟਸ। ਸੋ ਇਹ ਗਾਰਡਨ ਕੀ ਬਣ ਗਿਆ ਤੁਹਾਡਾ, ਈਕੋਸਿਸਟਮ ਬਣ ਗਿਆ। ਹੋਰ ਈਕੋਸਿਸਟਮ ਕਿਹੜੇ ਹੋ ਸਕਦੇ ਨੇ, ਫੋਰੈਸਟ ਵੀ ਈਕੋਸਿਸਟਮ ਆ, ਪੌਂਡ, ਛੱਪੜ ਵੀ ਈਕੋਸਿਸਟਮ ਆ, ਲੇਕ ਵੀ ਈਕੋਸਿਸਟਮ ਨੇ। ਇਹ ਨੈਚੁਰਲ ਈਕੋਸਿਸਟਮ ਨੇ ਜਿਹੜੇ ਕੁਦਰਤੀ ਬਣੇ ਹੋਏ ਨੇ। ਵਾਈਲਡ ਗਾਰਡਨ ਹੋ ਗਿਆ ਤੇ ਕ੍ਰੌਪ ਫੀਲਡ ਹੋ ਗਏ, ਇਹ ਹਿਊਮਨ ਔਰ ਮੈਨ ਮੇਡ ਔਰ ਆਰਟੀਫਿਸ਼ੀਅਲ ਈਕੋਸਿਸਟਮਸ ਨੇ। ਇਹਨਾਂ ਨੂੰ ਅਸੀਂ ਆਰਟੀਫਿਸ਼ੀਅਲ ਗਾਰਡਨ ਤੇ ਇੱਥੇ ਵਨ ਵਰਡ 'ਚ ਕੁਐਸਚਨ ਆ ਜਾਂਦਾ, ਗਿਵ ਐਨੀ 2 ਐਗਜ਼ਾਮਪਲਸ ਆਫ ਨੈਚੁਰਲ ਐਂਡ ਮੈਨ ਮੇਡ ਈਕੋਸਿਸਟਮ। ਉਹਦਾ ਆਨਸਰ ਇੱਥੇ ਹੈ। In the earlier classes, we have also learned that organism can be grouped into producers, consumers ਤੇ decomposers।
ਪ੍ਰੋਡਿਊਸਰਸ ਕਿਹੜੇ ਨੇ, ਜਿਹੜੇ ਫੂਡ ਪ੍ਰੋਡਿਊਸ ਕਰਦੇ ਨੇ, ਮੀਨਸ ਗ੍ਰੀਨ ਪਲਾਂਟਸ that make their food from organic compound like which organism can make organic compounds like sugar and starch from inorganic substances, ਜਿਹੜੇ inorganic substances ਤੋਂ ਆਪਦਾ ਫੂਡ organic compound ਜਿਹਨੂੰ ਸ਼ੂਗਰ ਕਹਿੰਦੇ ਆ ਉਹ ਤਿਆਰ ਕਰ ਲੈਣ ਸਨ ਦੀ ਹੈਲਪ ਦੇ ਨਾਲ, ਕਲੋਰੋਫਿਲ ਦੀ ਹੈਲਪ ਦੇ ਨਾਲ, ਮੀਨਸ ਆਲ ਗ੍ਰੀਨ ਪਲਾਂਟਸ। ਇਹਦੇ ਵਿੱਚ ਪੁੱਤਰ ਜੀ ਇਕੱਲੇ ਗ੍ਰੀਨ ਪਲਾਂਟਸ ਹੀ ਨਹੀਂ ਹੈਗੇ, ਕੁਝ ਬਲੂ ਗ੍ਰੀਨ ਐਲਗੇ ਵੀ ਨੇ ਦੈਟ ਕੈਨ ਮੇਕ ਦੇਅਰ ਓਨ ਫੂਡ, ਉਹ ਪ੍ਰੋਡਿਊਸਰ 'ਚ ਆ ਗਏ ਸਾਡੇ ਕੋਲੇ। ਉਸ ਤੋਂ ਬਾਅਦ ਤੁਹਾਡੇ ਕੋਲੇ ਆ ਗਏ ਆਰਗੈਨਿਜ਼ਮ ਜਿਹੜੇ ਪ੍ਰੋਡਿਊਸਰਸ 'ਤੇ ਡਿਪੈਂਡ ਕਰਦੇ ਆ, ਉਹਨਾਂ ਨੂੰ ਅਸੀਂ ਕਹਾਂਗੇ ਕੰਜ਼ਿਊਮਰਸ, ਕੰਜ਼ਿਊਮ ਕਰਦੇ ਆ, ਉਹਨਾਂ ਨੂੰ ਖਾਂਦੇ ਆ। ਹੁਣ ਕੰਜ਼ਿਊਮਰ ਅੱਗੇ ਅਲੱਗ-ਅਲੱਗ ਤਰ੍ਹਾਂ ਦੇ ਨੇ, ਹਾਰਬੀਵੋਰਸ ਜਿਹੜੇ ਇਕੱਲੇ ਘਾਹ ਖਾਂਦੇ ਆ, ਕਾਰਨੀਵੋਰਸ ਜਿਹੜੇ ਮੀਟ ਖਾਂਦੇ ਆ, ਓਮਨੀਵੋਰਸ ਜਿਹੜੇ ਦੋਨੇ ਕੁਝ ਖਾਂਦੇ ਆ, ਪੈਰਾਸਾਈਟ ਜਿਹੜੇ ਦੂਜਿਆਂ ਦੀ ਬੋਡੀ 'ਤੇ ਰਹਿੰਦੇ ਆ। ਹੁਣ ਲਾਸਟ ਵਨ ਇੱਕ ਹੋਰ ਚੀਜ਼ ਆ ਗਈ ਸਾਡੇ ਕੋਲੇ, ਇਹ ਤਾਂ ਸੀਗੇ ਪ੍ਰੋਡਿਊਸਰਸ, ਕੰਜ਼ਿਊਮਰ ਐਂਡ ਡੀਕੰਪੋਜ਼ਰਸ, ਜਿਨ੍ਹਾਂ ਨੇ ਜਿਹੜੀ ਚੀਜ਼ ਖਾਧੀ ਆ ਉਹਨੂੰ ਮੁੜ ਕੇ ਖ਼ਤਮ ਕਰਕੇ ਫੇਰ ਸੋਇਲ ਦੇ ਵਿੱਚ ਇਨਵਾਇਰਮੈਂਟ 'ਚ ਮਿਲਾਉਣਾ ਆ। ਇੱਥੇ ਉਹਨਾਂ ਨੇ ਐਗਜ਼ਾਮਪਲ ਲਈ ਆ ਓਕੁਏਰੀਅਨ ਦੀ, ਓਕੁਏਰੀਅਨ 'ਚ ਕੁਝ ਫਿਸ਼ ਤੇ ਪਲਾਂਟ ਮਰ ਗਏ ਤਾਂ ਉਹਨਾਂ ਨਾਲ ਕੀ ਹੋਊਗਾ, ਉੱਥੇ ਮਾਈਕਰੋ ਆਰਗੈਨਿਜ਼ਮ ਆਉਣਗੇ, ਬੈਕਟੀਰੀਆ ਤੇ ਫੰਗੀ, ਜਿਹੜਾ ਵੇਸਟ ਆ ਡੈਡ ਰਿਮੇਨਸ ਨੇ ਉਹਨਾਂ ਨੂੰ ਕੀ ਕਰਦੇ ਆ, ਉਹ ਖਾ ਜਾਂਦੇ ਆ। ਬੈਕਟੀਰੀਆ ਤੇ ਫੰਗਿਸ ਕੀ ਹੋ ਗਿਆ, ਡੀਕੰਪੋਜ਼ਰਸ ਹੋ ਗਿਆ, ਦੈਟ ਬ੍ਰੇਕ ਡਾਊਨ ਦਾ ਕੰਪਲੈਕਸ ਆਰਗੈਨਿਕ ਸਬਸਟੈਂਸਸ ਇਨਟੂ ਸਿੰਪਲ, ਕੰਪਲੈਕਸ ਨੂੰ ਤੋੜ ਕੇ ਸਿੰਪਲ ਬਣਾ ਦਿੰਦੇ ਆ। ਠੀਕ ਹੈ, ਦੈਨ ਵਟ ਵਿਲ ਹੈਪਨ ਟੂ ਦਾ ਗਾਰਬੇਜ, ਕਿਉਂਕਿ ਹੁਣ ਉਹ 'ਚ ਡੈਡ ਪਲਾਂਟਸ ਤੇ ਐਨੀਮਲਸ ਖਤਮ ਹੋ ਜਾਣੇ ਨੇ, ਉਹਨਾਂ ਦੇ ਉੱਤੇ ਡੀਕੰਪੋਜ਼ਰਸ ਨੇ ਐਕਸ਼ਨ ਕਰਕੇ ਉਹਨਾਂ ਨੂੰ ਖ਼ਤਮ ਕਰ ਦੇਣਾ ਆ, ਮੁੜ ਕੇ ਉਹ ਫੇਰ ਸੋਇਲ ਦੇ ਵਿੱਚ ਮਿਲ ਜਾਣੇ ਨੇ, ਉਹਨਾਂ ਦਾ ਫੇਰ ਮੁੜ ਕੇ ਸਰਕਲ ਚੱਲ ਪੈਣਾ। ਪ੍ਰੋਡਿਊਸਰ ਪ੍ਰੋਡਿਊਸ ਕੀਤਾ, ਕੰਜ਼ਿਊਮਰ ਨੇ ਖਾਧਿਆ, ਡੀਕੰਪੋਜ਼ਰ ਨੇ ਸਫਾਈ ਕੀਤੀ, ਕਲੀਨ ਕੀਤਾ, ਜਿਹੜਾ ਵੀ ਵੇਸਟ ਮਟੀਰੀਅਲ ਡਿੱਗਿਆ ਉਹਨੂੰ ਸਾਫ਼ ਕਰਕੇ ਉਹਦੇ ਨਿਊਟਰੀਐਂਟਸ ਮੁੜ ਕੇ ਸੋਇਲ 'ਚ ਮਿਲਾਤੇ। ਠੀਕ ਆ, ਮੁੜ ਕੇ ਫੇਰ ਉਹੀ ਚੱਕਰ ਚੱਲ ਪਿਆ, ਸਾਈਕਲ। ਤੇ ਇਹ ਤਾਂ ਸੀਗਾ ਤੁਹਾਡੀ ਜਸਟ ਇਹਨਾਂ ਨੇ ਤੁਹਾਨੂੰ ਇੰਟਰੋਡਕਸ਼ਨ ਦਿੱਤੀ ਹੈ ਕਿ ਇਕੋਸਿਸਟਮ 'ਚ ਕਿਵੇਂ ਇਨਵਾਇਰਮੈਂਟ ਆਪਣੇ 'ਚ ਇੱਕ ਦੂਜੇ ਨਾਲ ਲਿਵਿੰਗ ਤੇ ਨੋਨ ਲਿਵਿੰਗ ਚੀਜ਼ਾਂ ਇੱਕ ਦੂਜੇ ਨਾਲ ਇੰਟਰੈਕਟ ਕਰਦੀਆਂ ਨੇ, ਉਹਨਾਂ ਦਾ ਕੀ ਇਫੈਕਟ ਆ। ਉਸ ਤੋਂ ਬਾਅਦ ਆਪਾਂ ਪੜਾਂਗੇ ਕਿ ਕਿਵੇਂ ਹੁਣ ਅੱਗੇ ਕਿਵੇਂ ਇਫੈਕਟ ਪੈਂਦਾ ਹੋਰ ਐਸ ਫਾਰਮ 'ਚ ਪ੍ਰੋਡਿਊਸਰ ਦੀ ਤੇ ਐਗਜ਼ਾਮਪਲ ਲਈ ਉਹਨਾਂ ਨੇ ਫੂਡ ਚੇਨ ਤੇ ਵੈਬ ਦੀ, ਇਹ ਕਰਾਂਗੇ।